ਪੰਜਾਬ ਤੇ ਪੰਜਾਬ ਦੇ ਖੇਤੀ ਮਜ਼ਦੂਰਾਂ ਤੇ ਵੱਧਦਾ ਹੋਇਆ ਕਰਜ਼ਾ ਚਿੰਤਾ ਦਾ ਵਿਸ਼ੇ ਹੈ। ਨਾ ਸਿਰਫ ਕੇਂਦਰ ਸਰਕਾਰ ਵਾਸਤੇ, ਰਾਜ ਸਰਕਾਰ ਵਾਸਤੇ, ਬਲਕਿ ਸਾਰੀਆਂ ਸਿਆਸੀ ਪਾਰਟੀਆਂ ਵਾਸਤੇ ਵੀ। ਆਮ ਤੌਰ ਤੇ ਬੁੱਧੀਜੀਵੀ, ਅਰਥਸ਼ਾਸਤਰੀ ਇਸ ਵਿਸ਼ੇ ਤੇ ਵਿਚਾਰ ਕਰਦੇ ਨੇ ਔਰ ਅਖਬਾਰਾਂ ਦੇ ਵਿੱਚ ਵੀ ਇਸ ਦੀ ਚਰਚਾ ਚੱਲਦੀ ਰਹਿੰਦੀ ਹੈ। ਕਿਸਾਨ ਅੰਦੋਲਨ ਦੇ ਚੱਲਦੇ, ਜਿਸ ਦੇ ਵਿੱਚ 3 ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੁਹਰਾਈ ਜਾ ਰਹੀ ਹੈ, ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜਾ ਕਿਸਾਨੀ ਕਰਜ਼ੇ ਵਾਲਾ ਮੁੱਦਾ ਹੈ ਉਹ ਬੈਕਗਰਾਊਂਡ ਦੇ ਵਿੱਚ ਚਲਾ ਗਿਆ ਹੈ। ਪਿਛਲੇ ਦਿਨੀ ਸੰਸਦ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਨਬਾਰਡ ਦੇ ਹਵਾਲੇ ਦੇ ਨਾਲ ਇਹ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਇੰਸਟੀਟਿਊਸ਼ਨ ਲੋਨ ਹੈ, ਜਿਸ ਦੇ ਵਿੱਚ ਕੋਆਪਰੇਟਿਵ ਬੈਂਕ ਤੇ ਕੋਆਪਰੇਟਿਵ ਸੁਸਾਇਟੀਆਂ ਵੀ ਸ਼ਾਮਲ ਨੇ, ਉਹ 71,300 ਕਰੋੜ ਦੇ ਕਰੀਬ ਹੈ, ਜਿਹੜਾ ਕਿ ਤਕਰੀਬਨ 15 ਲੱਖ ਫਾਰਮਿੰਗ ਫੈਮਲੀਜ਼ ਔਰ 24.5 ਲੱਖ ਬੈਂਕ ਅਕਾਊਂਟਸ ਨੂੰ ਕਵਰ ਕਰਦਾ ਹੈ। ਔਰ ਇਸ ਤੋਂ ਇਲਾਵਾ ਇਹ ਮੰਨਿਆ ਜਾਂਦਾ ਹੈ ਕਿ 30 ਤੋਂ ਲੈ ਕੇ 35,000 ਕਰੋੜ ਤੱਕ ਦਾ ਜਿਹੜਾ ਕਰਜ਼ਾ ਹੈ ਉਹ ਕਿਸਾਨਾਂ ਦੇ ਉੱਪਰ, ਆੜ੍ਹਤੀਆਂ ਦਾ ਕਹਿ ਲਓ, ਪ੍ਰਾਈਵੇਟ ਮਨੀ ਲੈਂਡਰਸ ਦਾ ਕਹਿ ਲਓ, ਉਹ ਉਹਨਾਂ ਦੇ ਸਿਰ ਜਿਹੜਾ ਹੈ ਉਹ ਅੱਡ ਹੈ। ਮਾਲੀ ਸਾਲ 2016-17 ਦੇ ਵਿੱਚ ਇਸ ਮੁੱਦੇ ਤੇ ਕਾਫੀ ਰਾਜਨੀਤਿਕ ਸਰਗਰਮੀ ਦੇਖੀ ਗਈ ਪੰਜਾਬ ਦੇ ਵਿੱਚ। ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਕਾਨੂੰਨ ਬਣਾਇਆ ਜਿਹੜਾ ਕਿ ਮਈ 2016 ਦੇ ਵਿੱਚ ਲਾਗੂ ਹੋ ਗਿਆ। ਕਾਨੂੰਨ ਦਾ ਨਾਮ ਸੀ ਦੀ ਪੰਜਾਬ ਸੈਟਲਮੈਂਟ ਆਫ ਐਗਰੀਕਲਚਰਲ ਇੰਡੈਟਡਨੈਸ ਐਕਟ 2016, ਯਾਨੀ ਕਿ ਜਿਹੜੇ ਖੇਤੀ ਨਾਲ ਸੰਬੰਧਿਤ ਕਰਜ਼ੇ ਨੇ ਉਹਨਾਂ ਦੀ ਸੈਟਲਮੈਂਟ ਬਾਰੇ ਇਹ ਕਾਨੂੰਨ ਬਣਾਇਆ ਗਿਆ। ਇਸ ਦੇ ਉਲਟ ਕਾਂਗਰਸ ਸਰਕਾਰ, ਜਿਹੜੀ ਕਿ 9-10 ਸਾਲ ਤੋਂ ਪਾਵਰ ਤੋਂ ਬਾਹਰ ਸੀ ਪੰਜਾਬ ਦੇ ਵਿੱਚ, ਉਹਨਾਂ ਨੇ ਦੌਰਾਨ ਕੰਪੇਨ ਇਹ ਅਨਾਉਂਸ ਕੀਤਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਉੱਪਰ ਹਰ ਕਿਸਮ ਦਾ ਜਿਹੜਾ ਕਰਜ਼ਾ ਹੈ ਉਹ ਮਾਫ ਕਰ ਦਿੱਤਾ ਜਾਵੇਗਾ। ਇਹ ਇੱਕ ਤਰ੍ਹਾਂ ਦਾ ਚੋਣ ਵਾਅਦਾ ਸੀ ਉਸ ਵੇਲੇ। ਇਸ ਸਾਲ ਮਾਰਚ ਵਿੱਚ ਪੰਜਾਬ ਦੇ ਵਿੱਤ ਮੰਤਰੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਕਿ ਤਾਜ਼ਾ ਤਰੀਨ ਜਿਹੜਾ ਡੈਟ ਵੇਵਰ ਹੈ, ਜਿਹੜਾ ਫਰੈਸ਼ ਕਰਜ਼ਾ ਮਾਫ ਕੀਤਾ ਗਿਆ ਮਾਰਚ ਇਸ ਸਾਲ 2021 ਦੇ ਵਿੱਚ, ਉਹਦੇ ਵਿੱਚ 1186 ਕਰੋੜ ਰੁਪਏ ਦਾ ਕਰਜ਼ਾ ਹੈ, ਜਿਹੜਾ ਕਿ 1,13,000 ਅਸਾਮੀਆਂ ਦੇ ਉੱਪਰ ਸੀ, ਉਸ ਨੂੰ ਮਾਫ ਕਰ ਦਿੱਤਾ ਗਿਆ ਹੈ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਜਿਹੜਾ ਕਰਜ਼ਾ ਮਾਫ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ, ਉਹ 4624 ਕਰੋੜ ਹੈ, ਜਿਹੜਾ ਕਿ 5,83,000 ਅਸਾਮੀਆਂ ਦੇ ਉੱਪਰ ਸੀ। ਯਾਨੀ ਕਿ ਅਗਰ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਜੋੜ ਲਈਏ ਤਾਂ 5810 ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਮਾਫ ਕੀਤਾ ਹੈ ਮੌਜੂਦਾ ਸਰਕਾਰ ਨੇ। ਪਿਛਲੇ ਦਿਨੀ ਦੁਬਾਰਾ ਪੰਜਾਬ ਸਰਕਾਰ ਨੇ 590 ਕਰੋੜ ਦੇ ਕਰਜ਼ੇ ਮਾਫ ਕੀਤੇ। ਕਿਹਦੇ ਕਰਜ਼ੇ? ਲੈਂਡਲੈਸ ਫਾਰਮਰਸ ਅਤੇ ਐਗਰੀਕਲਚਰ ਲੇਬਰ। ਉਹ ਕਿਸਾਨ ਜਿਨ੍ਹਾਂ ਦੀ ਆਪਣੀ ਕੋਈ ਜ਼ਮੀਨ ਨਹੀਂ, ਠੇਕੇ ਠੁਕੇ ਤੇ ਲੈ ਕੇ ਆਪਣਾ ਕੰਮ ਕਰਦੇ ਨੇ, ਤੇ ਐਗਰੀਕਲਚਰ ਜਿਹੜੀ ਲੇਬਰ ਹੈ, ਇਹਨਾਂ ਦੇ ਆਮ ਤੌਰ ਤੇ ਸ਼ਡਿਊਲਡ ਕਾਸਟ ਕਾਰਪੋਰੇਸ਼ਨ ਜਾਂ ਕੋਆਪਰੇਟਿਵ ਸੁਸਾਇਟੀਆਂ ਦੇ ਜਿਹੜੇ ਲੋਨ ਸੀਗੇ, ਉਹ 590 ਕਰੋੜ ਦੇ ਵਿੱਚੋਂ 520 ਕਰੋੜ 2,85,325 ਮੈਂਬਰਾਨ ਕੋਆਪਰੇਟਿਵ ਸੁਸਾਇਟੀਆਂ ਦੇ, ਉਹਨਾਂ ਦੇ ਮਾਫ ਕੀਤੇ ਗਏ। ਇਹ ਨੇ ਫਿਗਰਾਂ ਕਿ ਜਿਹੜੀ ਡੈਟ ਰਿਲੀਫ ਸਕੀਮ ਮੌਜੂਦਾ ਸਰਕਾਰ ਨੇ ਨਾਫਿਜ਼ ਕੀਤੀ ਆਪਣੇ ਚੋਣ ਵਾਅਦਿਆਂ ਦੇ ਚੱਲਦੇ, ਉਹਦੇ ਵਿੱਚ ਕਿੰਨੀ ਕਾਰਵਾਈ ਇਸ ਸਰਕਾਰ ਨੇ ਕੀਤੀ। ਇਹ ਜਿਹੜੀ ਡੈਟ ਰਿਲੀਫ ਸਕੀਮ ਸੀ, ਕਰਜ਼ਾ ਮਾਫੀ ਦੀ ਸਕੀਮ, ਇਹਦੇ ਬਾਰੇ ਵੀ ਵਾਦ ਵਿਵਾਦ ਚੱਲਦੇ ਰਹੇ ਕਿ ਜੀ ਜਦੋਂ ਤੁਸੀਂ ਅਨਾਉਂਸਮੈਂਟ ਕੀਤੀ ਉਸ ਤੋਂ ਬਾਅਦ ਇਹ ਲੋਕਾਂ ਨੇ ਆਪਣਾ ਕਰਜ਼ਾ ਵਾਪਸ ਦੇਣਾ ਬੰਦ ਕਰਤਾ। ਵਿਲਫੁਲ ਡਿਫਾਲਟਰ ਨੇ ਕਰਜ਼ੇ ਤਾਂ ਉਹਨਾਂ ਦੇ ਜਨਾਬ ਮਾਫ ਹੋਏ ਜਿਨ੍ਹਾਂ ਨੇ ਜਾਣਬੁੱਝ ਕੇ ਨਹੀਂ ਦਿੱਤਾ। ਗਰੀਬ ਗੁਰਬੇ ਨੂੰ ਤਾਂ ਇਹਦਾ ਬੈਨੀਫਿਟ ਮਿਲਿਆ ਨਹੀਂ। ਆਪਾਂ ਉਸ ਗੱਲ ਵਿੱਚ ਨਾ ਜਾਈਏ, ਲੇਕਿਨ ਇਹ ਫਿਗਰਾਂ ਜਿਹੜੀ ਤੁਹਾਡੇ ਸਾਹਮਣੇ ਨੇ, ਇਹਨਾਂ ਨੂੰ ਦੇਖਿਆ ਜਾਵੇ ਤਾਂ ਤਕਰੀਬਨ 9% ਹੀ ਲੋਨ ਹੈ ਸਾਰੇ ਇੰਸਟੀਟਿਊਸ਼ਨਲ ਕ੍ਰੈਡਿਟ ਦਾ ਜਿਹੜਾ ਕਿ ਮਾਫ ਹੋਇਆ। ਹਜੇ ਆਪਾਂ ਜਿਹੜਾ ਪ੍ਰਾਈਵੇਟ ਲੋਨ ਹੈ, ਜਿਹੜੇ ਪ੍ਰਾਈਵੇਟ ਬੈਂਕਾਂ ਦਾ ਲੋਨ ਹੈ ਤੇ ਜਿਹੜੇ ਨੌਨ ਬੈਂਕਿੰਗ ਫਾਈਨੈਂਸ ਕੰਪਨੀ ਦਾ ਲੋਨ ਹੈ, ਉਹਦੀ ਆਪਾਂ ਹਜੇ ਗੱਲ ਨਹੀਂ ਕਰ ਰਹੇ। ਯਾਨੀ ਕਿ ਬੇਸ਼ੱਕ ਇਹ ਸਕੀਮ ਚੰਗੀ ਸੀ,
लेकिन ਉਹਦਾ ਇੰਪੈਕਟ ਇੰਸਟੀਟਿਊਸ਼ਨ ਲੋਨ ਨੂੰ ਹੀ ਗਣੀਏ ਤਾਂ ਤਕਰੀਬਨ 9% ਕਰਜ਼ਾ ਮਾਫੀ ਹੈ, ਤੇ ਜੇ ਸਾਰਾ ਦਾ ਸਾਰਾ ਕਰ ਲਈਏ ਤਾਂ 5.5 ਤੋਂ ਲੈ ਕੇ 6% ਦੀ ਕਰਜ਼ਾ ਮਾਫੀ ਹੈ। 2016 ਦੇ ਵਿੱਚ ਬਣਾਇਆ ਗਿਆ ਦੀ ਪੰਜਾਬ ਸੈਟਲਮੈਂਟ ਆਫ ਐਗਰੀਕਲਚਰਲ ਇੰਡੈਟਡਨੈਸ ਐਕਟ। ਇਹ ਮੇਰੇ ਮੁਤਾਬਕ ਪੰਜਾਬ ਦੇ ਕਿਸਾਨਾਂ ਵਾਸਤੇ ਤੇ ਐਗਰੀਕਲਚਰ ਲੇਬਰ ਵਾਸਤੇ ਇੱਕ ਤਰ੍ਹਾਂ ਦੀ ਵੱਡੀ ਨਮੋਸ਼ੀ ਜਾਂ ਡਿਸਅਪੁਆਇੰਟਮੈਂਟ ਦਾ ਬਾਇਸ ਸੀ, ਕਿਉਂਕਿ ਬੜੀਆਂ ਉਮੀਦਾਂ ਸੀ ਉਸ ਵੇਲੇ ਕਿ ਸ਼ਾਇਦ ਵਿਦ ਵਨ ਸਟ੍ਰੋਕ ਆਫ ਪੈਨ ਇਹ ਪੁਰਾਣਾ ਜਿਹੜਾ ਕਰਜ਼ਾ ਹੈ, ਜਿਹੜਾ 24% ਤੇ 28% ਤੇ 32% ਤੇ 36% ਤੇ ਐਨੂਅਲਾਈਜ਼ ਬੇਸਿਸ ਤੇ ਆੜਤੀਏ ਜੜ ਰਹੇ ਨੇ ਜ਼ਿਮੀਂਦਾਰ ਨੂੰ, ਗਰੀਬ ਕਿਸਾਨ ਨੂੰ, ਸਮਾਲ ਐਂਡ ਮਾਰਜਨਲ ਫਾਰਮਰ ਨੂੰ, ਉਹਨੂੰ ਇਸ ਕਾਨੂੰਨ ਦੇ ਜ਼ਰੀਏ ਰਾਤੋਂ ਰਾਤ ਸ਼ਾਇਦ ਰੱਦ ਕਰ ਦਿੱਤਾ ਜਾਵੇ। ਲੇਕਿਨ ਅਗਰ ਤੁਸੀਂ ਉਹ ਕਾਨੂੰਨ ਪੜ੍ਹੋ 2016 ਵਾਲਾ, ਉਹਦਾ ਦਫਾ 3 ਹੈ, ਉਸ ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਨਹੀਂ ਕਿ ਦ ਡੈਟ ਸ਼ੈਲ ਸਟੈਂਡ ਐਕਸਟਿੰਗੁਇਸ਼ਡ। ਉਹ ਕਹਿੰਦੇ ਨੇ ਜੇ ਜ਼ਿਲ੍ਹਾ ਲੈਵਲ ਦਾ ਫੋਰਮ ਡਿਟਰਮਿਨ ਕਰੂਗਾ ਕਿ ਇਹ ਇੰਨਾ ਦੇਣਾ ਬਣਦਾ ਹੈ, ਉਹਨਾਂ ਦੇਣਾ ਬਣੂਗਾ, ਤੇ ਅਗਰ ਉਹ ਕਹਿੰਦਾ ਨਹੀਂ ਹੈ ਤੇ ਤਾਂ ਤੁਹਾਡਾ ਜਿਹੜਾ ਕਰਜ਼ਾ ਮਾਫ ਹੋਊਗਾ। ਯਾਨੀ ਕਿ ਇਹ ਜਿਹੜੇ ਡਿਸਟ੍ਰਿਕਟ ਫੋਰਮ ਬਣਾਏ ਗਏ ਉਸ ਐਕਟ ਦੇ ਵਿੱਚ ਜਾਂ ਪ੍ਰੋਵੀਜ਼ਨ ਰੱਖਿਆ ਗਿਆ ਕਿ ਬਣਾਏ ਜਾਣਗੇ, ਉਹਨਾਂ ਨੇ ਸਿਰਫ ਇੱਕ ਅਰਥਮੈਟੀਕਲ ਐਕਸਰਸਾਈਜ਼ ਕਰਨੀ ਸੀ ਕਿ ਆਹ ਤੁਹਾਡਾ ਕਰਜ਼ਾ ਹੈ, ਆਹ ਰੇਟ ਆਫ ਇੰਟਰਸਟ ਹੈ, ਆਹ ਕਿਸ਼ਤਾਂ ਤੁਸੀਂ ਮੋੜਤੀਆਂ, ਤੁਹਾਡਾ ਕਿੰਨਾ ਰਹਿ ਗਿਆ। ਔਰ ਇਸ ਦੇ ਵਿੱਚ ਜਿਹੜੀ ਦੂਜੀ ਗੱਲ ਹੈ, ਇਸ ਦੇ ਵਿੱਚ ਜਿਹਨੇ ਕਰਜ਼ਾ ਦਿੱਤਾ ਹੈ ਉਹ ਵੀ ਡਿਸਟ੍ਰਿਕਟ ਫੋਰਮ ਕੋਲ ਜਾ ਸਕਦਾ ਹੈ, ਤੇ ਜਿਹਨੇ ਕਰਜ਼ਾ ਲਿੱਤਾ ਹੈ ਉਹ ਵੀ ਜਾ ਸਕਦਾ ਹੈ। ਬਾਅਦ ਦੇ ਵਿੱਚ 2018 ਦੇ ਵਿੱਚ ਉਹ ਡਿਸਟ੍ਰਿਕਟ ਫੋਰਮ ਸੀ ਜਿਹੜੇ, ਉਹਨਾਂ ਦੀ ਅਮੈਂਡਮੈਂਟ ਕਰਕੇ ਉਹਨਾਂ ਨੂੰ ਡਿਵੀਜ਼ਨਲ ਲੈਵਲ ਦੇ ਫੋਰਮ ਬਣਾ ਦਿੱਤਾ ਗਿਆ। ਹੁਣ ਉਹ ਡਿਵੀਜ਼ਨਲ ਫੋਰਮ ਬਣ ਗਏ, ਜ਼ਿਲ੍ਹਾ ਫੋਰਮ ਦੀ ਬਜਾਏ ਡਿਵੀਜ਼ਨਲ ਫੋਰਮ। ਤੇ ਜੇ ਕਿਸੇ ਗਰੀਬ ਕਿਸਾਨ ਨੇ ਆਪਣਾ ਲੱਖ 2 ਲੱਖ 4 ਲੱਖ ਦਾ ਜਿਹੜਾ ਕਰਜ਼ਾ ਹੈ ਉਹਦੇ ਬਾਰੇ ਕੋਈ ਲਿਟੀਗੇਸ਼ਨ ਕਰਨੀ ਹੈ ਤਾਂ ਡਿਵੀਜ਼ਨ ਪੱਧਰ ਤੇ ਜਾਵੇ, ਵਕੀਲਾਂ ਦੇ ਖਰਚੇ ਦੂਜਾ ਤੀਜਾ। ਹੁਣ ਇਹ ਦੇਖੋ ਕਿ ਦਫਾ 4 ਦੇ ਵਿੱਚ ਇਸ ਐਕਟ ਦੇ ਵਿੱਚ ਇਹ ਪ੍ਰੋਵਾਈਡ ਕੀਤਾ ਗਿਆ ਹੈ ਕਿ ਕਿੰਨਾ ਵੱਧ ਤੋਂ ਵੱਧ ਜਿਹੜਾ ਲੋਨ ਦਾ ਰੇਟ ਆਫ ਇੰਟਰਸਟ ਹੈ, ਉਹ ਬਾਅਦ ਦੇ ਵਿੱਚ ਜਾ ਕੇ 6 ਸਤੰਬਰ 2016 ਨੂੰ ਨੋਟੀਫਿਕੇਸ਼ਨ ਜਾਰੀ ਹੋਈ। ਉਸ 'ਚ ਉਹਨਾਂ ਨੇ ਕਿਹਾ ਕਿ ਜਿਹੜਾ ਕਿ ਸਟੇਟ ਬੈਂਕ ਆਫ ਇੰਡੀਆ ਦਾ ਬੇਸ ਰੇਟ ਹੈ ਤੇ ਉਹ ਰੇਟ ਜਿਸ ਤੇ ਨਬਾਰਡ ਕੋਆਪਰੇਟਿਵ ਸੁਸਾਇਟੀਜ਼ ਨੂੰ ਲੈਂਡ ਕਰਦੀ ਹੈ, ਉਹਨਾਂ ਦੋਹਾਂ ਨੂੰ ਜਮ੍ਹਾਂ ਕਰ ਲਓ, ਉਹਨੇ ਤੋਂ ਵੱਧ ਰੇਟ ਆਫ ਇੰਟਰਸਟ ਨਹੀਂ ਲੱਗਣਾ ਚਾਹੀਦਾ ਔਰ ਸਿੰਪਲ ਰੇਟ ਆਫ ਇੰਟਰਸਟ ਲੱਗਣਾ ਚਾਹੀਦਾ ਹੈ। ਉਸ ਵੇਲੇ ਜਦੋਂ ਨੋਟੀਫਿਕੇਸ਼ਨ 2016 ਦੇ ਵਿੱਚ ਹੋਈ ਤਾਂ ਜਿਹੜਾ ਬੇਸ ਰੇਟ ਸਟੇਟ ਬੈਂਕ ਆਫ ਇੰਡੀਆ ਦਾ ਸੀਗਾ ਉਹ 9.30% ਸੀ, 2.5% ਸੀ ਜਿੱਥੇ ਅੱਗੇ ਤੁਸੀਂ ਨਬਾਰਡ ਗਾਹਾਂ ਕੋਆਪਰੇਟਿਵ ਸੁਸਾਇਟੀ ਨੂੰ ਕਰਜ਼ਾ ਦਿੰਦੀ ਸੀ, 11.8% ਸਮਝੋ। ਅੱਜ ਕਿਹਾ ਜਾਂਦਾ ਹੈ ਕਿ ਤਕਰੀਬਨ ਇੰਟਰਸਟ ਰੇਟ ਘੱਟ ਕੇ ਇਹ ਸ਼ਾਇਦ 10.5% ਪਰ ਐਨਮ ਦੇ ਹਿਸਾਬ ਨਾਲ ਹੋਵੇ। ਲੇਕਿਨ ਇਹ ਦਫਾ 4 ਦੇ ਵਿੱਚ ਕਿਤੇ ਇਹ ਨਹੀਂ ਕਿਹਾ ਗਿਆ ਕਿ ਇਹ ਰਿਟਰੋਸਪੈਕਟਿਵ ਇਫੈਕਟ ਦਾ ਹੈ। ਅਗਰ ਕੋਈ ਪੁਰਾਣਾ ਲੋਨ ਚੱਲਿਆ ਆ ਰਿਹਾ ਹੈ 15 ਸਾਲ 20 ਸਾਲ ਪੁਰਾਣਾ, ਵੈਸੇ ਤਾਂ ਲੋਨ ਓਵਰਡਿਊ ਆੜਤੀਆ ਹੋਣੇ ਨਹੀਂ ਦਿੰਦਾ ਕਿਉਂਕਿ ਉਹਨੇ ਫਸਲ ਦੇ ਵਿੱਚੋਂ ਜਿੰਸ ਦੇ ਵਿੱਚੋਂ ਹੀ ਕੱਟ ਲੈਣਾ ਹੈ, ਪਰ ਇਹ ਐਕਟ ਦੇ ਵਿੱਚ ਮੈਂ ਸਮਝਦਾ ਕਿ ਇੱਕ ਲੈਕੂਨਾ ਹੈ ਕਿ ਇਹਦੀ ਰਿਟਰੋਸਪੈਕਟਿਵ ਆਪਰੇਸ਼ਨ ਨਹੀਂ ਹੈ। ਜੇ ਆਪਰੇਸ਼ਨ ਹੈ ਤਾਂ ਪ੍ਰੋਸਪੈਕਟਿਵ ਹੈ ਗਾਹਾਂ ਨੂੰ, ਔਰ ਇਹ ਬੈਠੇ ਬਿਠਾਏ ਨਹੀਂ ਹੈ, ਤੁਹਾਨੂੰ ਜਾ ਕੇ ਡਿਵੀਜ਼ਨ ਲੈਵਲ ਦੇ ਫੋਰਮ ਦੇ ਵਿੱਚ ਚਾਰਾਜੋਈ ਕਰਨੀ ਪੈਣੀ ਹੈ। ਮੁੱਕਦੀ ਗੱਲ ਇਹ ਹੈ ਮੇਰੇ ਮੁਤਾਬਕ ਕਿ 2016 ਦਾ ਜਿਹੜਾ ਐਕਟ ਹੈ ਉਹਦੇ ਵਿੱਚ ਕੋਈ ਲੰਬਾ ਚੌੜਾ ਪ੍ਰੈਕਟੀਕਲ ਰੂਪ ਦੇ ਵਿੱਚ ਕੋਈ ਰਿਲੀਫ ਜ਼ਿਮੀਂਦਾਰ ਨੂੰ ਜਾਂ ਐਗਰੀਕਲਚਰ ਲੇਬਰ ਨੂੰ ਨਹੀਂ ਮਿਲਿਆ। ਆਫੀਸ਼ੀਅਲ ਤੌਰ ਤੇ ਡਿਵੀਜ਼ਨਲ ਫੋਰਮ ਜਾਂ ਡਿਸਟ੍ਰਿਕਟ ਫੋਰਮ ਨੇ ਜਿਹੜੇ ਪਹਿਲੇ ਸੀਗੇ ਬਣੇ ਨੇ ਜਾਂ ਨਹੀਂ ਬਣੇ, ਉਹਨਾਂ ਨੇ ਕਿੰਨੇ ਕੇਸ ਸੈਟਲ ਕੀਤੇ, ਕਿੰਨੇ ਆੜਤੀਆਂ ਦੇ ਜਾਂ ਲੈਂਡਰ ਦੇ ਹੱਕ 'ਚ ਕੀਤੇ, ਕਿੰਨੇ ਕਰਜ਼ਈ ਜਾਂ ਡੈਟਰ ਦੇ ਹੱਕ ਦੇ ਵਿੱਚ ਕੀਤੇ, ਇਹ ਸਾਰੀਆਂ ਚੀਜ਼ਾਂ ਆਫੀਸ਼ੀਅਲੀ ਫਿਗਰਸ ਅਵੇਲੇਬਲ ਨਹੀਂ। ਬਟ ਮੇਰਾ ਮਨ ਕਹਿੰਦਾ ਕਿ ਇਹਦਾ ਕੋਈ ਲੰਬਾ ਚੌੜਾ ਜਿਹੜਾ ਲਾਭ ਹੈ ਉਹ ਨਹੀਂ ਹੋਇਆ ਐਜ਼ ਫਾਰ ਐਜ਼ ਐਗਰੀਕਲਚਰ ਡੈਟ ਇਜ਼ ਕੰਸਰਨ। ਕਿਸਾਨ ਅੰਦੋਲਨ ਜਿਹੜਾ ਕੇਂਦਰ ਸਰਕਾਰ ਦੇ 3 ਕੇਂਦਰੀ ਕਾਨੂੰਨ ਨੇ ਉਹਨਾਂ ਦੇ ਖਿਲਾਫ ਚੱਲ ਰਿਹਾ ਹੈ, ਇਸ ਨੂੰ ਅੱਜ 9 ਮਹੀਨੇ ਤੋਂ ਵੱਧ ਹੋ ਚੁੱਕੇ ਨੇ, ਔਰ ਆਮ ਤੌਰ ਤੇ ਇਹ ਕਿਹਾ ਸੁਣਿਆ ਜਾਂਦਾ ਹੈ ਕਿ ਇਸ ਦੇ ਵਿੱਚ ਇਹ ਪੰਜਾਬ ਦਾ ਸਾਂਝਾ ਅੰਦੋਲਨ ਹੈ, ਔਰ ਖ਼ਾਸ ਤੌਰ ਤੇ ਇਸ ਦੇ ਵਿੱਚ ਕਿਸਾਨ, ਲੈਂਡ ਓਨਿੰਗ ਕਿਸਾਨ, ਲੈਂਡਲੈਸ ਕਿਸਾਨ,
ਬੇਜ਼ਮੀਨਾ ਕਿਸਾਨ, ਐਗਰੀਕਲਚਰ ਲੇਬਰ ਤੇ ਆੜਤੀਏ ਵੀ ਸ਼ਾਮਲ ਨੇ। ਯਾਨੀ ਕਿ ਇੱਕ ਮੁਸ਼ਤਰਕਾ ਮੁਹਿੰਮ ਹੈ ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ। ਲੇਕਿਨ ਇਹ ਨਹੀਂ ਸਾਨੂੰ ਭੁੱਲਣਾ ਚਾਹੀਦਾ ਕਿ ਕਿਤੇ ਨਾ ਕਿਤੇ ਅੰਡਰ ਕਰੰਟ ਟੈਂਸ਼ਨ ਦਾ ਰੂਰਲ ਲੈਂਡਸਕੇਪ ਦੇ ਵਿੱਚ ਇਸ ਕਰਜ਼ੇ ਦੇ ਕਰਕੇ ਜ਼ਰੂਰ ਹੈ, ਕਿਉਂਕਿ ਇੱਕ ਨੁਕਾਤੀ ਪ੍ਰੋਗਰਾਮ ਹੈ ਕਿਸਾਨ ਅੰਦੋਲਨ ਦਾ ਕਿ ਤਿੰਨੇ ਕਾਨੂੰਨ ਰੱਦ ਹੋਣ, ਬਾਕੀ ਗੱਲਾਂ ਅਸੀਂ ਬਾਅਦ ਦੇ ਵਿੱਚ ਨਜਿੱਠਾਂਗੇ। ਇਹਦੇ ਚੱਲਦੇ ਜਿਵੇਂ ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ, ਇਹ ਐਗਰੀਕਲਚਰ ਡੈਟ ਦਾ ਜਿਹੜਾ ਇੱਕ ਮੁੱਦਾ ਹੈ, ਸੁਲਝ ਰਿਹਾ ਹੈ, ਇਹ ਕਿਤੇ ਨਾ ਕਿਤੇ ਬੈਕਗਰਾਊਂਡ ਦੇ ਵਿੱਚ ਚਲਾ ਗਿਆ ਹੈ। ਔਰ ਮੈਂ ਸਮਝਦਾ ਕਿ ਇਹਦਾ ਜਿਹੜਾ ਸਬੂਤ ਹੈ, ਜਿਹੜੇ ਐਗਰੀਕਲਚਰ ਡੈਟ ਦੇ ਨਾਲ ਖੁਦਕਸ਼ੀਆਂ ਹੋ ਰਹੀਆਂ ਨੇ, ਤਕਰੀਬਨ 1000 ਦਾ ਫਿਗਰ ਆਉਂਦਾ ਹੈ ਸਾਲ ਦਾ, ਜਿਹੜਾ ਇੱਕ ਪੰਜਾਬ ਵਰਗੇ ਛੋਟੇ ਸੂਬੇ ਵਾਸਤੇ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਹੈ। ਉਹ ਇਸ ਚੀਜ਼ ਦਾ ਸੰਕੇਤ ਹੈ ਕਿ ਐਗਰੀਕਲਚਰ ਡੈਟ ਦੇ ਨਾਲ ਜਿਹੜਾ ਕਿਸਾਨ ਹੈ, ਸਮੌਲ ਐਂਡ ਮਾਰਜਨਲ ਫਾਰਮਰ, ਉਹ ਉਸ ਵੇਲੇ ਹੀ ਜਾ ਕੇ ਬੰਦਾ ਖੁਦਕੁਸ਼ੀ ਕਰਦਾ ਹੈ ਜਦੋਂ ਹੋਰ ਕੋਈ ਚਾਰਾ ਰਹਿੰਦਾ ਨਹੀਂ। ਸੋ ਇਹ ਬੜਾ ਗੰਭੀਰ ਮਸਲਾ ਹੈ ਜਿਸ ਨੂੰ ਨਜਿੱਠੇ ਜਾਣਾ ਅਸ਼ਦ ਜ਼ਰੂਰੀ ਹੈ। ਪੰਜਾਬ ਸਰਕਾਰ ਤੇ ਅੱਜ ਦੀ ਡੇਟ ਦੇ ਵਿੱਚ ਤਕਰੀਬਨ 3.20 ਲੱਖ ਕਰੋੜ ਦਾ ਕਰਜ਼ਾ ਹੈ। ਮਤਲਬ ਉਹ ਪੰਜਾਬ ਸਰਕਾਰ ਨੇ ਜਿੰਨਾ ਇੰਸਟੀਟਿਊਸ਼ਨ ਲੋਨ, ਬਾਕੀ ਲੋਨ, ਇਹਦੇ ਵਿੱਚ ਸਰਕਾਰੀ ਗਰੰਟੀਆਂ ਸ਼ਾਇਦ ਆਪਾਂ ਕਾਊਂਟ ਨਹੀਂ ਕਰਦੇ, ਲੇਕਿਨ ਨਿਰੋਲ ਲੋਨ ਪੰਜਾਬ ਸਰਕਾਰ ਦੇ ਉੱਪਰ ਅੱਜ ਦੀ ਡੇਟ ਦੇ ਵਿੱਚ 3.20 ਲੱਖ ਕਰੋੜ ਹੈ। ਤੇ ਜੇ ਕਿਸਾਨੀ ਕਰਜ਼ਾ ਜਿਹੜਾ ਖੁਦ ਸਾਰਾ ਕੁਝ ਪਾ ਕੇ 1 ਲੱਖ ਕਰੋੜ ਹੋਵੇ ਤਾਂ ਮੈਂ ਨਹੀਂ ਸਮਝਦਾ ਕਿ ਕਿਸੇ ਵੀ ਸਰਕਾਰ ਦੀ ਸਮਰੱਥਾ ਹੋ ਸਕਦੀ ਹੈ, ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਤਲਕ ਰੱਖਦੀ ਹੋਵੇ, ਕਿ ਉਹ ਸਾਰਾ ਦਾ ਸਾਰਾ ਕਰਜ਼ਾ ਮਾਫ ਕਰ ਦੇਵੇ ਜਾਂ ਜਿਹਨੂੰ ਕਹਿੰਦੇ ਨੇ ਉਹ ਡੈਟ ਟੇਕ ਓਵਰ ਕਰ ਲੇ। ਇਸ ਵਾਸਤੇ ਬੜੀ ਸੋਚੀ ਸਮਝੀ ਬੈਲੈਂਸਡ ਇੱਕ ਸਟ੍ਰੈਟਜੀ ਬਣਾਉਣ ਦੀ ਜ਼ਰੂਰਤ ਹੈ, ਜਿਹੜੀ ਸਾਲਾਂ ਬੱਧੀ ਚੱਲੇ, ਜਿਸ ਦੇ ਵਿੱਚ ਡਾਇਵਰਸੀਫਿਕੇਸ਼ਨ ਵੀ ਹੈ, ਜਿਸ ਦੇ ਵਿੱਚ ਉਹ ਜਿਹੜੀਆਂ ਨਵੀਆਂ ਫਸਲਾਂ ਨੇ ਉਹਨਾਂ ਦੇ ਉੱਪਰ ਵਾਜਬ ਦਾਮ ਦੇਣ ਦੀ, ਮਿਨੀਮਮ ਸਪੋਰਟ ਪ੍ਰਾਈਸ ਮੈਕੈਨਿਜ਼ਮ ਦੀ, ਗਰੰਟੀਡ ਸਰਕਾਰੀ ਪਰਚੇਜ਼ ਦੀ ਵੀ ਹੈ। ਔਰ ਕਿਤੇ ਨਾ ਕਿਤੇ ਸਾਨੂੰ ਜਿਹੜਾ ਪੰਜਾਬ ਡੈਟਰਸ ਪ੍ਰੋਟੈਕਸ਼ਨ ਐਕਟ 1936 ਦਾ ਸੀ, ਸਰ ਛੋਟੂ ਰਾਮ ਨੇ ਯੂਨਾਈਟਿਡ ਪੰਜਾਬ ਦੇ ਵਿੱਚ ਔਰ ਪਾਰਟੀਸ਼ਨ ਤੋਂ ਪਹਿਲਾਂ ਇਹ ਲਾਗੂ ਕੀਤਾ ਸੀ ਕਿ ਵਿਦ ਵਨ ਸਟ੍ਰੋਕ ਆਫ ਪੈਨ ਉਹ ਪੁਰਾਣੇ ਕਰਜ਼ੇ ਮਾਫ ਕੀਤੇ ਗਏ। ਉਸ ਤਰ੍ਹਾਂ ਦਾ ਅਗਰ ਪੋਲੀਟੀਕਲ ਹਿੰਮਤ ਕਿਸੇ ਦੇ ਵਿੱਚ ਹੋਵੇ, ਘੱਟੋ ਘੱਟ ਜਿਹੜੀ ਪ੍ਰਾਈਵੇਟ ਲੋਨਸ ਨੇ ਉਸ ਨੂੰ ਰਾਈਟ ਆਫ ਕਰਨ ਦਾ ਇੱਕ ਨਵਾਂ ਕਾਨੂੰਨ ਬਣਾਉਣ ਦੀ ਲੋੜ ਹੈ। ਵਰਨਾ ਜਿਹੜਾ ਇਹ ਮਸਲਾ ਹੈ, ਬੜਾ ਗੰਭੀਰ ਮਸਲਾ ਹੈ, ਇਹ ਸਾਇਲੈਂਟ ਕਿਲਰ ਹੈ ਇੱਕ ਤਰ੍ਹਾਂ ਦਾ ਪੰਜਾਬ ਦੀ ਅਰਥ ਵਿਵਸਥਾ ਦਾ ਐਗਰੀਕਲਚਰ ਡੈਟ। ਇਸ ਦਾ ਕੋਈ ਸੌਖਾ ਇਲਾਜ, ਸੌਖਾ ਇਹਦਾ ਜਿਹੜੀ ਸੋਲੂਸ਼ਨ ਹੈ ਉਹ ਨਜ਼ਰ ਨਹੀਂ ਆਉਂਦੀ। ਸਾਰਿਆਂ ਨੂੰ ਰਲ ਮਿਲ ਕੇ ਪੋਲੀਟੀਕਲ ਕੰਸੈਂਸਸ, ਸੈਂਟਰਲ ਗਵਰਨਮੈਂਟ ਦਾ ਬੜਾ ਭਾਰਾ ਰੋਲ ਹੈ, ਰਿਜ਼ਰਵ ਬੈਂਕ ਆਫ ਇੰਡੀਆ, ਉਹਦੇ ਥਰੂ ਸਾਰੇ ਪਬਲਿਕ ਸੈਕਟਰ ਬੈਂਕ, ਨਾਬਾਰਡ, ਸਾਰੀਆਂ ਕੋਆਪਰੇਟਿਵ ਸੁਸਾਇਟੀਆਂ ਬੈਠ ਕੇ ਇੱਕ ਮੁਸ਼ਤਰਕਾ ਪਲਾਨ ਬਣਾਉਣ ਦੀ ਜ਼ਰੂਰਤ, ਤਾਂ ਕਿਤੇ ਜਾ ਕੇ ਅਸੀਂ ਇਹ ਜਿਹੜਾ ਕਰਜ਼ਾ ਹੈ ਉਸ ਨੂੰ ਇੱਕ ਰੀਜ਼ਨੇਬਲ ਲਿਮਿਟਸ ਦੇ ਵਿੱਚ ਲਿਆ ਸਕਾਂਗੇ ਤੇ ਜਿਹਨੂੰ ਕਹਿੰਦੇ ਹਾਂ ਵੀ ਵਿਲ ਮੇਕ ਇਟ ਸਸਟੇਨੇਬਲ। ਸੁਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੇ ਪਸੰਦ ਆਈ ਇਹ ਵੀਡੀਓ ਦੋਸਤੋ, ਇਹਨੂੰ ਸ਼ੇਅਰ ਕਰੋ ਆਪਣੇ ਅੱਡ-ਅੱਡ ਗਰੁੱਪਸ ਦੇ ਵਿੱਚ, ਲਾਈਕ ਕਰੋ, ਸਬਸਕ੍ਰਾਈਬ ਕਰੋ, ਆਪਣੇ ਕਮੈਂਟ ਵੀ ਦਿਓ, ਕਿਉਂਕਿ ਉਸ ਨਾਲ ਫੀਡਬੈਕ ਤੋਂ ਹੀ ਪਤਾ ਲੱਗਦਾ ਹੈ ਕਿ ਅੱਗੇ ਕਿਸ ਤਰ੍ਹਾਂ ਦੇ ਮੁੱਦਿਆਂ ਤੇ ਮਸਲਿਆਂ ਤੇ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੈ ਹਿੰਦ।